सतनाम वाहिगुरु साहिब जी। मंगर माही सुहंदियाँ हर पिर संग बैठड़ियाँ, तिनकी शोभा क्या गणी। जे साहिब मेलड़ियाँ तन मन मोलिया राम स्यों, संग साध सहेलड़ियाँ सात जना ते बाहरी से रहन इकेलड़ियाँ। तिन दुख ना कबहू उतरे से जम के बस पड़ियाँ, जनी राविया प्रभु अपना से दिसन नित खड़ियाँ। रतन जवेहर लाल हर कंठ तिना जड़ियाँ, नानक बाछे धूड़ तिन प्रभ शरणी दर पड़ियाँ। मंगिर प्रभ आराधना बहुड़ना जन्मड़ियाँ, मंगर प्रभ आराधना बहुड़ना जन्मड़ियाँ। जुगो जुग अटल चवर छतर तख दे मालिक, हाजरा हजूर ज़ारा ज़हूर शब्द गुरु। सतगुरां दी पावन पवित्र निगी गोद अंदर ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਾਰੇ ਸਤਸੰਗੀ ਜਨੋ, ਵਡਿਆਂ ਭਾਗਾਂ ਵਾਲੇ ਹੋ। ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਗੁਰਦੇਵ ਦੀ ਪਾਵਨ ਨਿੱਘੀ ਗੋਦ ਅੰਦਰ ਜੁੜ ਬੈਠਣ ਦਾ ਪਾਵਨ ਸਮਾਂ ਗੁਰਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ, ਅੱਜ ਮੱਘਰ ਮਹੀਨੇ ਦੀ ਆਰੰਭਤਾ ਹੈ। ਗੁਰਦੇਵ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਨੇ ਇਸ ਮਹੀਨੇ ਨੂੰ ਮੰਗਰ ਕਰਕੇ ਲਿਖਿਆ ਹੈ। ਗੁਰਦੇਵ ਪਾਤਸ਼ਾਹ ਰਹਿਮਤ ਕਰਦੇ ਨੇ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਮਨੋ ਬਿਰਤੀਆਂ ਨੂੰ ਇਕਾਗਰ ਕਰਦਿਆਂ ਬੜੇ ਪਿਆਰ ਅਦਬ ਨਾਲ ਫਤਿਹ ਨਾਲ ਸਾਂਝ ਪਾਓ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਇਸ ਮਹੀਨੇ ਦੇ ਪ੍ਰਥਾਏ ਰਹਿਮਤ ਕਰਦੇ ਨੇ ਕਿ ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ। ਮੱਘਰ ਦੇ ਮਹੀਨੇ ਵਿੱਚ ਗੁਰਦੇਵ ਆਖਦੇ ਨੇ ਕਿ ਮੰਗਰ ਮਾਹੇ ਸੁਹੰਦੀਆਂ ਉਹ ਜੀਵ ਰੂਪੀ ਇਸਤਰੀਆਂ ਸ਼ੋਭਦੀਆਂ ਨੇ, ਸ਼ੋਭਾ ਵਾਲੀਆਂ ਨੇ, ਉਹ ਭਾਗਾਂ ਵਾਲੀਆਂ ਨੇ ਜਿਹੜੀਆਂ ਪਿਰ ਦੇ ਨਾਲ, ਪਿਰ ਤੋਂ ਭਾਵ ਹੈ ਖਸਮ ਦੇ ਨਾਲ, ਮਾਲਕ ਦੇ ਨਾਲ ਬੈਠੀਆਂ ਨੇ। ਤੇ ਇਸ ਜਗ ਮੈਂ ਪੁਰਖ ਏਕ ਹੈ ਔਰ ਸਗਲੀ ਨਾਰ ਸਬਾਈ। ਇਸ ਜਗਤ ਦੇ ਵਿੱਚ ਕੇਵਲ ਇੱਕੋ ਪੁਰਖ ਹੈ, ਇੱਕੋ ਖਸਮ ਹੈ, ਮਾਲਕ ਵਾਹਿਗੁਰੂ। ਹੋਰ ਜਿਤਨੇ ਵੀ ਅਸੀਂ ਜੀਵ ਹਾਂ ਉਸ ਦੀਆਂ ਨਾਰਾਂ ਹਾਂ। ਗੁਰਦੇਵ ਆਖਦੇ ਨੇ ਕਿ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਹੋਰ ਸਾਰੀਆਂ ਹੀ ਨਾਰਾਂ ਨੇ, ਸਾਰੀਆਂ ਜੀਵ ਰੂਪੀ ਇਸਤਰੀਆਂ ਨੇ, ਪਰ ਜਿਹੜੀਆਂ ਜੀਵ ਰੂਪ ਇਸਤਰੀਆਂ ਮਾਲਕ ਦੇ ਚਰਨਾਂ ਦੇ ਵਿੱਚ ਬੈਠੀਆਂ ਨੇ, ਪ੍ਰਭੂ ਦੇ ਚਰਨਾਂ ਦੇ ਨਾਲ ਜੁੜੀਆਂ ਹੋਈਆਂ ਨੇ, ਉਹ ਸ਼ੋਭਾ ਵਾਲੀਆਂ ਨੇ, ਉਹ ਭਾਗਾਂ ਵਾਲੀਆਂ ਨੇ। ਗੁਰਦੇਵ ਆਖਦੇ ਨੇ ਕਿ ਮੰਗਰ ਮਾਹੇ ਸੁਹੰਦੀਆਂ ਉਹ ਸ਼ੋਭਦੀਆਂ ਨੇ, ਸ਼ੋਭਾ ਵਾਲੀਆਂ ਨੇ, ਹਰ ਪਿਰ ਸੰਗ ਬੈਠੜੀਆਂ, ਜਿਹੜੀਆਂ ਹਰੀ ਦੇ ਨਾਲ, ਪਰਮਾਤਮਾ ਦੇ ਨਾਲ, ਉਹਦੇ ਚਰਨਾਂ ਦੇ ਨਾਲ ਜੁੜ ਬੈਠੀਆਂ ਨੇ। ਕਿਉਂਕਿ ਗੁਰਦੇਵ ਦੇ ਬੜੇ ਪਿਆਰੇ ਬਚਨ ਨੇ। ਸਤਿਗੁਰ ਆਖਦੇ ਨੇ ਕਿ ਸਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਉਹੀ ਸੋਹਣੇ ਨੇ, ਉਹੀ ਭਾਗਾਂ ਵਾਲੇ ਨੇ ਜਿਹੜੇ ਸਾਧ ਸੰਗਤ ਕਰਦੇ ਨੇ, ਮਾਲਕ ਦੇ ਚਰਨਾਂ ਦੇ ਜੁੜਦੇ ਨੇ। ਔਰ ਸਾਧ ਸੰਗਤ ਸੰਸਾਰਿਕ ਦ੍ਰਿਸ਼ਟੀ ਨਾਲ ਜੋ ਦੇਖਦੇ ਹਾਂ, ਇੱਕ ਸੰਸਾਰਿਕ ਸੁਹਾਗਣ ਇਸਤਰੀ ਉਹ ਹੈ ਜਿਸ ਨੇ ਸੂਹਾ ਵੇਸ ਕੀਤਾ ਹੋਏ ਔਰ ਆਪਣੇ ਪਤੀ ਦੇ ਨਾਲ ਬੈਠੀ ਹੋਏ ਨਾ। ਤੇ ਸੰਸਾਰਿਕ ਦ੍ਰਿਸ਼ਟੀ ਨਾਲ ਦੇਖਿਆ ਇਹ ਸਮਝ ਆਉਂਦੀ ਹੈ ਕਿ ਇਹ ਜੀਵ ਰੂਪੀ ਇਸਤਰੀ ਭਾਗਾਂ ਵਾਲੀ ਹੈ, ਇਹ ਸੁਹਾਗ ਵਾਲੀ ਹੈ, ਕਿਉਂਕਿ ਆਪਣੇ ਖਸਮ ਦੇ ਨਾਲ, ਆਪਣੇ ਮਾਲਕ ਦੇ ਨਾਲ ਬੈਠੀ ਹੈ।
ਤੇ ਉਹ ਜੀਵ ਰੂਪੀ ਇਸਤਰੀ ਜਿਹੜੀ ਮਾਲਕ ਦੇ ਚਰਨਾਂ ਦੇ ਨਾਲ ਬੈਠੀ ਹੈ। ਗੁਰਦੇਵ ਦੇ ਬੜੇ ਪਿਆਰੇ ਬਚਨ ਨੇ। ਸਤਿਗੁਰ ਆਖਦੇ ਨੇ ਕਿ ਬਾਹਰੀ ਰੂਪ ਦੇ ਉੱਪਰ ਤੂੰ ਸ਼ਿੰਗਾਰ ਦੇ ਕੀਤਾ ਹੋਇਆ, ਪਰ ਜੇ ਮਾਲਕ ਦੇ ਨਾਲ ਤੇਰੀ ਨੇੜਤਾ ਨਹੀਂ, ਰੱਬ ਦੇ ਨਾਲ, ਪਰਮਾਤਮਾ ਦੇ ਨਾਲ ਤੂੰ ਨਹੀਂ ਨਾ ਜੁੜਿਆ, ਤੇ ਤੇਰਾ ਬਾਹਰ ਦਾ ਕੀਤਾ ਹੋਇਆ ਸ਼ਿੰਗਾਰ ਵੀ ਬੇਅਰਥ ਹੈ, ਕਿਸੇ ਕੰਮ ਦਾ ਨਹੀਂ ਹੈ। ਧਰਮ ਦੀ ਦੁਨੀਆ ਅੰਦਰ ਜੇ ਕਿਸੇ ਨੇ ਬਾਹਰ ਦਾ ਸ਼ਿੰਗਾਰ ਵੀ ਕੀਤਾ ਹੋਏ, ਪਰ ਹਿਰਦੇ ਅੰਦਰ ਮਾਲਕ ਦੇ ਚਰਨਾਂ ਦੇ ਨਾਲ ਨਾ ਜੁੜਿਆ ਹੋਏ, ਤੇ ਬਾਬੇ ਨਾਨਕ ਨੇ ਆਖਿਆ ਸੀ ਕਿ ਇਹ ਬਾਹਰ ਦੇ ਕੀਤੇ ਹੋਏ ਸ਼ਿੰਗਾਰ ਵਿਅਰਥ ਨੇ। ਇਹ ਬਾਹਰ ਦੇ ਕੀਤਾ ਹੋਇਆ ਸ਼ਿੰਗਾਰ ਤਾਂ ਹੀ ਸਫਲਾ ਹੈ ਜੇ ਹਰੀ ਪਰਮਾਤਮਾ ਦੇ ਨਾਲ ਤੂੰ ਜੁੜਿਆ ਹੈ ਕਿ ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠਣੀਆਂ। ਜਿਹੜੀਆਂ ਹਰੀ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੀਆਂ ਹੋਈਆਂ ਨੇ। ਨਹੀਂ ਤੇ ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਧਣੀ ਵਿਹੂਣਾ ਪਾਟ ਪਟੰਬਰ, ਖਸਮ ਤੋਂ ਬਿਨਾ ਕੀਤਾ ਹੋਇਆ ਪਾਟ ਪਟੰਬਰ, ਜੋ ਰੇਸ਼ਮੀ ਤਨ ਦੇ ਉੱਪਰ ਪਾਏ ਹੋਏ ਜੋ ਲਿਬਾਸ ਨੇ, ਜੋ ਕੱਪੜੇ ਨੇ, ਭਾਹੀ ਸੇਤੀ ਜਾਲੇ, ਉਹਨਾਂ ਨੂੰ ਭਾਹ ਦੇ ਵਿੱਚ ਅਗਨ ਦੇ ਵਿੱਚ ਸਾੜ ਦੇਵਾਂ, ਤੇ ਧੂੜੀ ਵਿੱਚ ਲੁੜੰਦੜੀ ਸੋਹਾਂ। ਨਾਨਕ ਤੈਂ ਸ਼ਹਿ ਨਾਲੇ, ਜੇ ਸ਼ਹਿ ਦੇ ਨਾਲ, ਖਸਮ ਦੇ ਨਾਲ ਮੇਰੀ ਸਾਂਝ ਪੈ ਜਾਏ, ਤੇ ਭਾਵੇਂ ਮੈਂ ਧੂੜੀ ਦੇ ਵਿੱਚ ਹੀ ਕਿਉਂ ਨਾ ਲਿਬੜੀ ਹੋਵਾਂ, ਮੈਂ ਮਾਲਕ ਦੇ ਚਰਨਾਂ ਦੇ ਪ੍ਰਵਾਨ ਹੋ ਜਾਵਾਂਗੀ। ਉਹ ਜੀਵ ਰੂਪੀ ਇਸਤਰੀਆਂ ਭਾਗਾਂ ਵਾਲੀਆਂ ਨੇ ਜਿਹੜੀਆਂ ਮਾਲਕ ਦੇ ਚਰਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਕਿ ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ, ਹਰੀ ਪਰਮਾਤਮਾ ਦੇ ਨਾਲ ਬੈਠੀਆਂ ਹੋਈਆਂ ਨੇ। ਬਾਬੇ ਨਾਨਕ ਦਾ ਤਿਲੰਗ ਰਾਗ ਅੰਦਰ ਬੜਾ ਪਿਆਰਾ ਬਚਨ ਹੈ। ਸਤਿਗੁਰ ਆਖਦੇ ਨੇ, ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ। ਮਹਾਰਾਜ ਆਖਦੇ ਨੇ ਕਿ ਜੇ ਮਾਲਕ ਦੇ ਚਰਨਾਂ ਦੇ ਨਾਲ ਮੈਂ ਜੁੜਿਆ ਹੋਇਆ ਤੇ ਉਹ ਜੀਵ ਰੂਪ ਇਸਤਰੀ ਭਾਗਾਂ ਵਾਲੀ ਹੈ। ਨਹੀਂ ਤੇ ਗੁਰਦੇਵ ਆਖਦੇ ਨੇ ਕਿ ਕਾਇਆ ਦੇ ਉੱਪਰ ਕੀਤਾ ਹੋਇਆ ਸ਼ਿੰਗਾਰ ਵੀ ਕਿਸੇ ਅਰਥ ਨਹੀਂ, ਇਹ ਤਨ ਮਾਇਆ ਪਾਹਿਆ ਪਿਆਰੇ। ਬਾਬਾ ਨਾਨਕ ਆਖਦੇ ਨੇ ਇਹ ਤਨ ਮਾਇਆ ਪਾਇਆ ਪਿਆਰੇ। ਇਸ ਤਨ ਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ, ਮਾਇਆ ਦੀ ਮੈਲ ਲੱਗੀ ਹੋਈ ਹੈ। ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਤੇ ਮੇਰਾ ਇਹ ਤਨ ਰੂਪੀ ਜੋ ਲੀੜਾ ਹੈ ਇਹ ਲੱਭ ਦੇ ਵਿੱਚ ਹੀ ਡੁੱਬਿਆ ਹੋਇਆ ਹੈ, ਇਹਨੂੰ ਲੱਭ ਦਾ ਚਸਕਾ ਲੱਗਾ ਹੋਇਆ ਹੈ। ਤੇ ਗੁਰਦੇਵ ਆਖਦੇ ਨੇ ਫਿਰ ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਮੇਰੇ ਕੰਤ ਨੂੰ ਇਹ ਤਨ ਰੂਪੀ ਚੋਲਾ ਨਹੀਂ ਚੰਗਾ ਲੱਗਦਾ, ਕਿਉਂਕਿ ਮਾਇਆ ਦੀ ਪਾਹ ਲੱਗੀ ਹੋਈ ਹੈ, ਲੋਭ ਦੇ ਅੰਦਰ ਇਹ ਰੰਗਿਆ ਹੋਇਆ ਹੈ। ਤੇ ਗੁਰਦੇਵ ਨੇ ਦੂਸਰਾ ਪੱਖ ਫਿਰ ਅਖੀਰ ਦੇ ਵਿੱਚ ਬਿਆਨ ਕੀਤਾ। ਆਖਣ ਲੱਗੇ ਕਾਇਆ ਰੰਗਣ ਜੇ ਥੀਏ ਪਿਆਰੇ, ਜਿਸ ਕਾਇਆ ਨੂੰ ਰੰਗਣਾ ਹੈ ਨਾ, ਤੇ ਲਿਲਾਰੀ ਦੇ ਵਿੱਚ ਇਸ ਤਰ੍ਹਾਂ ਲੰਘ ਕਿ ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਐ ਨਾਉ ਮਜੀਠ। ਪਰਮਾਤਮਾ ਦਾ ਨਾਮ ਰੂਪੀ ਰੰਗ ਜਿਹੜਾ ਹੈ ਉਸ ਪੱਕੇ ਰੰਗ ਦੇ ਵਿੱਚ ਤੂੰ ਰੰਗਿਆ ਜਾ। ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ, ਰੰਗ ਨਾ ਡੀਠ ਜਿਨ ਕੇ ਚੋਲੜੇ ਰਤੜੇ ਪਿਆਰੇ। ਕੰਤ ਨਾ ਕਹਿ ਪਾਸ ਧੂੜ ਤਿਨਾ ਕੀਤੇ, ਜੇ ਮਿਲੈ ਜੀ ਕੋਹ ਨਾਨਕ ਕੀ ਅਰਦਾਸ। ਬਾਬਾ ਨਾਨਕ ਆਖਦੇ ਨੇ ਕਿ ਇਸ ਤਨ ਨੂੰ ਪਰਮਾਤਮਾ ਦੇ ਨਾਮ ਰੰਗ ਦੇ ਤੂੰ ਰੰਗ ਲੈ। ਤੇ ਗੁਰਦੇਵ ਅੱਜ ਇਹੀ ਰਹਿਮਤ ਕਰਦੇ ਨੇ ਮੱਘਰ ਦੇ ਮਹੀਨੇ ਅੰਦਰ ਕੇ ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ, ਜਿਨ੍ਹਾਂ ਦੀ ਹਰੀ ਦੇ ਨਾਲ ਪਰਮਾਤਮਾ ਦੇ ਨਾਲ ਸਾਂਝ ਪੈ ਗਈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਦੋ ਜੀਵਾਂ ਦੀ ਗੱਲ ਕੀਤੀ ਹੈ। ਇੱਕ ਉਹ ਜੀਵ ਜੋ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਹੈ, ਇੱਕ ਉਹ ਜਿਹਨੂੰ ਮਿਲਣ ਦੀ ਤਾਂਘ ਹੈ। ਤੇ ਗੁਰਦੇਵ ਪਾਤਸ਼ਾਹ ਉਸ ਜੀਵ ਦੀ ਗੱਲ ਕਰਦੇ ਨੇ ਜਿਸ ਦੇ ਹਿਰਦੇ ਅੰਦਰ ਮਿਲਣ ਦੀ ਤਾਂਘ ਹੈ। ਉਹ ਜੁੜੇ ਹੋਏ ਨੂੰ ਸਵਾਲ ਕਰਦਾ ਹੈ, ਏਕ ਪਿਤਾ। ਸਾਡੇ ਸਾਰਿਆਂ ਦਾ ਇੱਕੋ ਪਿਤਾ ਹੈ। ਏਕਸ ਕੇ ਹਮ ਬਾਰਿਕ, ਉਸ ਇੱਕੋ ਪਿਤਾ ਦੇ ਅਸੀਂ ਬਾਰਿਕ ਹਾਂ, ਬੱਚੇ ਹਾਂ। ਤੂੰ ਮੇਰਾ ਗੁਰਹਾਈ, ਤੂੰ ਮੇਰਾ ਗੁਰੂ ਭਰਾ ਵੀ ਹੈ। ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਮੇਰੀ ਜਿਨ ਤੇ ਤੂੰ ਕੁਰਬਾਨ ਜਾਏਗੀ, ਹਰੀ ਪਰਮਾਤਮਾ ਦੇ ਨਾਲ ਮੇਰੀ ਸਾਂਝ ਪੈ ਜਾਏ। ਸੁਣ ਮੀਤਾ ਧੂਰੀ ਕੋ ਬਲ ਜਾਈ, ਤੇਰੇ ਚਰਨਾਂ ਦੀ ਧੂੜ ਤੋਂ ਬਲਿਹਾਰ ਜਾਂਦਾ ਹਾਂ। ਇਹ ਮਨ ਤੇਰਾ ਭਾਈ, ਮੈਂ ਆਪਣਾ ਮਨ ਵੀ ਤੇਰਾ ਆਗਿਆਕਾਰੀ ਬਣਾ ਦੇਵਾਂ।
ए मन तेरा भाई पाँव मलोवा मल मल धोवा, ए मन तै कू देसा सुन मीता हूँ तेरी शरणाई आया प्रभ मिलो देहो उपदेसा। मैनू ऐसा उपदेश दे, ऐसी सिखिया दे कि मैं मालिक के चरणों के नाल मिल जावां। हुण अज गुरुदेव पातशाह ने यह रहमत की है कि किवें तू मालिक के चरणों के नाल मिल सकता है कि मंगर माए सुहंदियां हर पिर संग बैठड़ियां वो किहड़ियां ने जिहड़े मालिक के चरणों के नाल मिलियां हुईयां ने। ते पातशाह आखदे ने जे मिलना चाहता है फिर दूसरी जीव रूपी इस्त्री राही सवाल का जवाब देंदे ने, मान ना कीजै शरण परिजय करे सो भला मनाइए। जे कुछ मिल गया ना तो वह मान ना कर, वाहिगुरु जी की शरण प्यार है, करे सो भला मनाइए। जो करदा है उन्होंने भला करके मन सुन मीता जियो पिंड सब तन अर्पीजै इं दर्शन हर जियो पाइए। इस ढंग के नाल तू मालिक नूं मिल पेगा। बाबा फरीद साहब जी के बड़े प्यारे बचन ने। बाबा फरीद साहब आखते ने कि दो इस्त्रियां आपस के गल्लां करदियां ने ते गल्लां करदियां होइयां एक इस्त्री दूसरी नूं पुछदी है, तेरे घर दे बड़ी खुशहाली है, तेरे घर दे च बड़ा आनंद है, हे सखीए हे भैणे तेरे इस घर की खुशहाली दा, तेरे इस घर दे विच आनंद का कारण की है? वो गुण, वो सिक्ख्या, वो उपदेश तू मैनू भी दे। बाबा फरीद साहब आखते ने कि एक इस्त्री दूसरी नूं पुछदी है कि कवन सो अखर, कवन गुण, कवन सो मणिया मंत, कवन सो वेसो हों करी, जित वस आवे कंत। वो आखदे कि तेरे कोल किहड़े वो अखर ने, कवन सो अखर, कवन गुण, तेरे कोल किहड़े वो गुण ने, कवन सो मणिया मंत, तेरे कोल वो कैसा मंत्र है, कवन सो वेसो हों करी, किहड़ा वो वेश मैं धारण करा, जित वस आवे कंत, जिस दे नाल कंत जिहड़ा है पति मेरे वासी च आ जाए, मेरे घर दे विच भी आनंद आ जाए। तो बाबा फरीद साहब ने फिर रहमत की। वो आखन लगे फिर जुड़ी हुई इस्त्री उन्होंने जवाब देंदी है कि जे चाहती है इस घर दे सुख मिले फिर एक काम करी, निवण सो अखर, निमरता रूपी गुण, तेरे जीवन अंदर भी निमरता आ जाए। क्योंकि जदों बहुत जोर की आंधी चलती है ना तो जड़े दरख्त बहुत वड्डे हो जान आकड़े रहन वो टुट जाते हैं, पर जड़े झुक जाते हैं हवा के बहा दे नाल वो बचे रहते हैं। बाबा फरीद साहब आखते हैं कि निवण सो अखर, पहला जीवन अंदर एक गुण धारण करके निमरता रूपी गुण तेरे कोल होए। निवण सो अखर, खवण गुण, खवण तो भाव हुंदा है खिमा कर देना। विद्वाना ने यह भी अर्थ किए ने कि बर्दाश्त कर लेना, सह जाना। खवण गुण, जिहबा मणिया मन ते जबान दे उपर मिठ बोलड़े वो गुण होण, बचन होण। आखते ने कि ए त्रै भैणे वेस कर, हे भैणे इन्हां त्रै गुणां नूं, इन्हां तिन्हां गुणां नूं अपने जीवन का श्रृंगार बना लै तां वस आवी कंत। ये दुनियावी कंत की वो मालिक कंत तेरे वासी च आ जाएगा। पर किन्हां दे सतगुर आखते ने कि मंगर माही सुहंदियां हर पिर संग बैठड़ियां, जड़ियां हरि परमात्मा दे नाल बैठियां हुईयां ने। मेरी पीरी दे मालिक सतगुरु धन गुरु हरगोबिंद साहब सच्चे पातशाह महाराज के घर 6 बच्चे ने, 5 साहिबजादे ने, इको एक धी है बीबी वीरो जी। जदों चौबाल की धरती पर सतगुरु महाराज ने बीबी वीरो जी का विआह किया, आनंद कारज किया ना, तोरन लगे तो सतगुरु धन गुरु हरगोबिंद साहब महाराज अपनी बच्ची नूं कहन लगे, आखन लगे कि सुन बेटी प्राण ते प्यारी, हे प्राणा तू प्यारी बच्चीए, मेरी गल्लां नूं अपने पल्ले बन लई। एक तो सब तो पहला अपने पति की इज्जत करनी, उसका मान करना।
दूसरा, तेरे पिता दे घर दे विच आके राजे महाराजे नमस्कार करते ने, मत्था टेकते ने, इहदा माण ना करी। सोहरे घर दे जाके उन्हां दा माण करी, उन्हां दी इज्जत करी। ते सस सोहरा जो ने उन्हां दी माँ बाप की तरह सेवा करी, उन्हां दा माण इज्जत करी। इस करके सतगुरु पातशाह बीबी वीरो जी नूं ये आशीर्वाद दे के पिछे हटे। माता दमोदरी जी आए। माता दमोदरी जी आखन लगे, बेटा प्रभात वेले मज्जन करियो। प्रभात तो भावने अमृत वेले उठ के मज्जन करना, इशनान करना। सूरज चढ़न तो पहला ये प्रभात का वेला है कि प्रभात वेले उठ मज्जन करियो। कि अमृत वेले उठ के पुराने समय अंदर जो बच्चियां सन घर च विआही जांदियां सन, वो परिवार दे होर जियां दे उठण तो पहला सारा घर का काम संभाल लैंदियां सन। अज ते राती सोना भी लेट होंदा है ते सवेरे अमृत वेला कदों निकल जाता है सानूं पता ही लगदा। पर पुरातन गुरसिख अमृत वेले की संभाल करते सन। अजोके समय अंदर भी वह गुरु के सिख ने जो अमृत वेले की संभाल करते हैं। गुरुदेव पातशाह के घरों माता दमोदरी जी आखन लगे, भाई संतोख सिंह जी ने ये पंक्तियां संभालियां ने। वो आखते हैं कि अमृत वेले प्रभात वेले उठ मज्जन करियो, खोटी संगत काबू ना करियो। ते खोटियां दी संगत कदे नहीं करनी। गुरबाणी को नाम उचरियो ते अमृत वेले उठ के गुरबाणी का पाठ करना, वाहिगुरु वाहिगुरु जपना। और तीसरी गल, कुल की बात कबहू नहीं करनी। कहने कि घर दे अंदर कुल दे अंदर जो गल है वो बाहर लोगों के विच नहीं करनी। ये गुण दे के तोरे सन। महाराज सच्चे पातशाह आखदे ने कि जिन्होंने ये गुण मिले ने पल्ले अंदर कि निवण सो अखर खवण गुण जेबा मणिया मंत, ए त्रै भैणे वेस कर तां वस आवी कंत। वो कंत उन्हां दे वस है, क्योंकि तू सबना कै वस भगतां ताण तेरा। भगत तेरे भरोसे जींदे ने। महाराज आखदे कि मंगर माहे सुहंदियां, मगर दे महीने अंदर वो भागा वालियां ने, वो शोभा वालियां ने, हर पिर संग बैठड़ियां जो हरी पति दे नाल वाहिगुरु दे नाल बैठदियां ने। फिर आखते हैं कि तिनकी शोभा क्या गणी, जे साहिब में लड़ियां। उन्हां दी कोई की शोभा बयान कर सकता है। जिन्होंने साहिब ने आप अपने चरणों के नाल मेल लिया होवे। मैं कई बार बेनती करता हाँ, गुरु नानक सच्चे पातशाह के सिख कोई घट सन? बेअंत करोड़ों की तादाद उस वेले गुरु नानक सच्चे पातशाह की सिक्खी नूं धारण करने वाले गुरु नानक सच्चे पातशाह के राह दे पर तुरन वाले सन। चार उदासियां दे वेले गुरुदेव पातशाह करतारपुर वसते ने। उत्थे संगतां महाराज के चरणों के नमस्तक होंदियां ने, गुरुदेव के बचन मनदियां ने। पर भाई लैणा जी ने जो सेवा कमाई, भाई लैणा जी का नाम भाई लैणा सी, पर धन गुरु नानक सच्चे पातशाह ने अंग नाल ला के आखिया, लैणिया अज तू बाद तू लैणा नहीं, तू अंगद हो गया है। तिनकी शोभा क्या गणी। मीरी पीरी दे मालिक सतगुरु पातशाह जदों गुरता गद्दी पर विराजमान होए ना, ते पहला पिछले दीवाना विच मैं अर्ज की है कि गुरुदेव पातशाह तो पहला पीरी सी, अज मीरी भी आई। एक बुढ़ी बुजुर्ग माता जी के मन के ये चाव आया कि गुरु अर्जुन देव पातशाह महाराज को सिक्खी लई है, ते धन गुरु अर्जुन देव महाराज के साहबजादे धन गुरु हरगोबिंद साहब महाराज तख्त नशीन होए ने। ते मैं सुनिया है कि सतगुरु पातशाह मीरी पीरी दे मालिक ने। सतगुरु महाराज तख्त लगाते ने, अकाल बुंगा अकाल तख्त सिरजिया है। मन विच चाह है, दर्शनां दी तांग है। ये आस करके माँ ने सवेर अमृत वेले उठी प्रशादे तैयार किए। गरीबड़ी माँ है, इतना भी नहीं जुड़ता कि घ्यो के नाल प्रशादियां नूं घ्यो लगा लवां। सुके प्रशादे तैयार किए, कुछ सब्जी तैयार की। एक प्रशादे के उपर सब्जी पाई, दूसरा प्रशादा मूंदा मारिया ते कपड़े दे विच जिहनूं असीं आम भाषा दे पौणा कह दिंदे हाँ, उस कपड़े दे विच लपेटिया
ਤੇ ਸਤਿਗੁਰ ਪਾਤਸ਼ਾਹ ਲਈ ਖੱਦਰ ਦਾ ਚੋਲਾ ਤਿਆਰ ਕੀਤਾ ਮੀਰੀ ਪੀਰੀ ਦੇ ਮਾਲਕ ਲਈ। ਉਹਨਾਂ ਦੋਹਾਂ ਚੀਜ਼ਾਂ ਨੂੰ ਕੱਪੜੇ ਦੇ ਚ ਵਲੇਟ ਕੇ ਪਕੜ ਕੇ ਮਾਂ ਪਹੁੰਚੀ ਸਤਿਗੁਰ ਮੀਰੀ ਪੀਰੀ ਦੇ ਮਾਲਕ ਦੇ ਦਰਬਾਰ ਦੇ ਵਿੱਚ ਕਿ ਕਿਧਰੇ ਲੇਟ ਨਾ ਹੋ ਜਾਵਾਂ। ਸਤਿਗੁਰ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਨ ਲਈ ਦੀਵਾਨ ਸਜਿਆ ਹੋਇਆ ਪਹੁੰਚਾਂ, ਪਰ ਕੀ ਦੇਖਦੀ ਹੈ ਕਿ ਸਤਿਗੁਰ ਮਹਾਰਾਜ ਦੇ ਦਰਸ਼ਨਾਂ ਲਈ ਲਾਈਨ ਲੱਗੀ ਹੋਈ ਹੈ। ਸੰਗਤਾਂ ਦਰਸ਼ਨਾਂ ਲਈ ਪਹੁੰਚੀਆਂ ਹੋਈਆਂ ਨੇ, ਉਹ ਵੀ ਲਾਈਨ ਵਿੱਚ ਲੱਗੀ ਤੇ ਕੀ ਦੇਖਦੀ ਹੈ ਕਿ ਸਤਿਗੁਰ ਮਹਾਰਾਜ ਦੇ ਚਰਨਾਂ ਦੇ ਵਿੱਚ ਕੀਮਤੀ ਤੋਂ ਕੀਮਤੀ ਦੁਸਾਲੇ ਪਏ ਨੇ, ਕੀਮਤੀ ਤੋਂ ਕੀਮਤੀ ਵਸਤਰ ਪਏ ਹੋਏ ਨੇ। ਆਪਣੇ ਵਸਤਰਾਂ ਵੱਲ ਦੇਖਦੀ ਹੈ, ਖੱਦਰ ਦਾ ਚੋਲਾ ਹੈ ਤੇ ਮਾਲਕ ਦੇ ਚਰਨਾਂ ਦੇ ਉੱਤੇ ਰੇਸ਼ਮੀ ਕੱਪੜੇ ਪਏ ਹੋਏ ਨੇ, ਕਿਸੇ ਚੀਜ਼ ਦੀ ਕਮੀ ਨਹੀਂ। ਪਕਵਾਨ ਤਰ੍ਹਾਂ ਤਰ੍ਹਾਂ ਦੇ ਬਣ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਸੰਗਤਾਂ ਨੇ ਭੇਟਾ ਕੀਤੇ ਹੋਏ ਨੇ ਤੇ ਆਪਣੇ ਵੱਲ ਦੇਖਦੀ ਹੈ, ਸੁੱਕੇ ਪ੍ਰਸ਼ਾਦੇ ਨੇ, ਨਾਲ ਸਬਜ਼ੀ ਰੱਖੀ ਹੋਈ ਹੈ। ਦੋਹਾਂ ਚੀਜ਼ਾਂ ਨੂੰ ਆਪਣੀ ਬੁਗਲ ਦੇ ਵਿੱਚ, ਆਪਣੀ ਬੁੱਕਲ ਦੇ ਵਿੱਚ ਲਪੇਟ ਲਿਆ ਤੇ ਲਾਈਨ ਦੇ ਚੋਂ ਬਾਹਰ ਹੋ ਗਈ। ਆਖਣ ਲੱਗੀ, ਦਾਤਿਆ ਲੈ ਕੇ ਆਈ ਸਾਂ, ਪਰ ਮਹਾਰਾਜ ਆਪ ਜੀ ਦੇ ਚਰਨਾਂ ਦੇ ਇਤਨੇ ਕੀਮਤੀ ਸੰਗਤਾਂ ਨੇ ਭੇਟਾਵਾਂ ਕੀਤੀਆਂ ਨੇ, ਮੇਰੀ ਗਰੀਬੜੀ ਦੀ ਇਹ ਵਸਤੂ ਮਹਾਰਾਜ ਨੇ ਕਿੱਥੇ ਪ੍ਰਵਾਨ ਕਰਨੀ ਹੈ। ਸਤਿਗੁਰ ਮਹਾਰਾਜ ਜਾਣੀ ਜਾਣ, ਉਹ ਮਾਤਾ ਲਾਈਨ ਦੇ ਚੋਂ ਬਾਹਰ, ਦੀਵਾਨ ਦੇ ਚੋਂ ਬਾਹਰ ਜਾ ਕੇ ਬੈਠ ਗਈ। ਮੀਰੀ ਪੀਰੀ ਦੇ ਮਾਲਕ ਸਤਿਗੁਰ ਪਾਤਸ਼ਾਹ ਆਪਣੇ ਤਖਤ ਦੇ ਉੱਪਰੋਂ ਉੱਠੇ, ਅਜੇ ਸੰਗਤਾਂ ਦਰਸ਼ਨ ਕਰਨ ਵਾਸਤੇ ਵਿਆਕੁਲ ਨੇ, ਦਰਸ਼ਨ ਕਰਦੀਆਂ ਪਈਆਂ ਨੇ। ਮਹਾਰਾਜ ਉੱਠ ਕੇ ਬਾਹਰ ਆਏ, ਆ ਕੇ ਮਾਤਾ ਬਜ਼ੁਰਗ ਨੂੰ ਹੱਥ ਪਕੜ ਕੇ ਬੜੇ ਪਿਆਰ ਨਾਲ ਉਠਾਇਆ ਤੇ ਆਖਣ ਲੱਗੇ, ਮਾਂ ਤੂੰ ਕੀ ਲੈ ਕੇ ਆਈ ਹੈ? ਮੈਨੂੰ ਬੜੇ ਜ਼ੋਰਾਂ ਦੀ ਭੁੱਖ ਲੱਗੀ ਹੈ। ਅੱਖਾਂ ਦੇ ਚੋਂ ਹੰਝੂ ਨੇ। ਆਖਣ ਲੱਗੀ, ਦਾਤਾ मैं प्रशादा तैयार करके लैके आई हाँ, पर तेरे चरणों दे ते इत्थे कीमती तो कीमती पकवान पर के बन के तैयार ने। मैं अपनी भेटा आप जी के चरणों दे किवें रखां? भाई संतोख सिंह जी चूड़ामणी कहते हैं कि गुरदेव पातशाह ने उहदे सामने खड़े होके ही जो पौना सी कपड़ा सी खोलिया, वो प्रशादे हाथ दे उपर रख के प्रशादे छके। जानी जान सतगुर आखन लगे, मां साडे वास्ते होर भेटा भी ते लैके आई है। डरदियां होया अपने कोलों खद्दर दा वो कपड़ा भेटा किया, चोला भेटा किया। मेरे मालिक ने वो चोला पा लिया, क्योंकि ये ते ओ दर है जो शरण आवे तिस कंठ लावे। ये बिरध स्वामी संधा। महाराज नूं गरीब निवाज किया जाता है, गरीबां नूं निवाजण वाला किया जाता है। ये वड जोधा परोपकारी है। सतगुर आखदे ने कि तिन की शोभा क्या गणी, जे साहिब मेलड़ियां जिन्हों साहिब ने मेल लिया होवे। तन मन मोलिया राम स्यों, उन्हां दा तन भी और उन्हां दा मन भी। मन मुल गया, हरिया हो गया, खिड़ गया। तन तो भाव साढ़े ज्ञान इंद्रे ने। अखां भी मुल गईयां, कन भी मुल गए, जबान भी मुल गई। ये सारे ज्ञान इंद्रे ने हरि परमात्मा के नाम दे विच खिड़ गए ने। तन मन मोलिया राम स्यों, संग साध सहे लड़ियां, साध जना ते बाहरी से रहन इके लड़ियां। तो जिहड़ियां साध जना तू बाहरी ने, सखड़ियां ने, टुटियां हुईयां ने, से रहन इके लड़ियां। उन्हां दी हालत इस तरह हुई है जिवें एक खेत दे विच किसान जदों फसल नूं संभालदा है ना। बाबे नानक ने आसा की बात के अंदर बचन कीते ने। किसान जदों जिम्मेदार सारी फसल नूं संभालदा है, तिल दा वो बूटा जो सड़ जाए ना, जिम्मेदार उन्होंने खेत विच छोड़ देंदा है। और सारी फसल नूं संभाल लिया उसने, सारी फसल नूं कुट के तैयार करके उहदा अनाज अपने गोदाम दे, अपने घर दे जाके रख लैंदा है। तो जिहड़ा तिल दा बूटा देखो, जदों अनाज पानी लगाया ना, तो पानी सारिਆਂ ਨੂੰ बराबर मिलिया। रब किसी नाल वितकरा नहीं करता। वो नाम जपण वालियां नूं भी दिंदा है, जो नहीं जपदे उन्हां नूं भी दिंदा है। किसान जमीन में पानी लांदा है, भावें निखसमी जमीन होए, खराब होए, उन्होंने भी पानी लगता है, भली नूं भी पानी लगता है। पर संभालण की गल आई तो किसान होर सारी फसल नूं वढ़ के लै गया, साँभ के अपने गोदाम दे घर दे ही रख दिता।
ਤੇ ਜਿਹੜਾ ਬੂਟਾ ਤਿਲ ਦਾ ਸੜ ਜਾਏ ਉਹ ਖੇਤ ਵਿੱਚ ਪਿਆ ਰਿਹਾ, ਨਾ ਉਸ ਨੂੰ ਪੰਛੀ ਖਾਂਦੇ ਨੇ ਨਾ ਪਸ਼ੂ ਖਾਂਦੇ ਨੇ। ਉਹ ਧੁੱਪ ਆਂਦੀ ਸਾਰਾ ਕੁਝ ਬਰਦਾਸ਼ਤ ਕਰਦਾ ਹੈ। ਮਹਾਰਾਜ ਆਖਦੇ ਨੇ ਕਿ ਦੁਨਿਆਵੀ ਤੌਰ ਦੇ ਉੱਪਰ ਉਹ ਫਲਦਾ ਵੀ ਹੈ, ਫੁੱਲਦਾ ਵੀ ਹੈ, ਉਹਨੂੰ ਫੁੱਲ ਵੀ ਲੱਗਦਾ ਹੈ, ਫਲਦਾ ਵੀ ਹੈ। ਹੁਣ ਜੇ ਸੰਸਾਰਿਕ ਦ੍ਰਿਸ਼ਟੀਆਂ ਦੇਖੀਏ ਤੇ ਸੰਸਾਰ ਦੇ ਵਿੱਚ ਕਿਸੇ ਨੂੰ ਧਨ ਮਿਲ ਜਾਏ ਅਸੀਂ ਆਖਦੇ ਹਾਂ ਕਿ ਬੜਾ ਸੁਖੀ ਹੈ, ਕਾਰੋਬਾਰ ਮਿਲ ਜਾਏ ਬੜਾ ਸੁਖੀ ਹੈ। ਪਰ ਸਤਿਗੁਰ ਪਾਤਸ਼ਾਹ ਆਖਦੇ ਨੇ ਕਿ ਉਹਦੀ ਹਾਲਤ ਇਸ ਤਰ੍ਹਾਂ ਹੈ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉ ਸੁੰਝੈ ਅੰਦਰ ਖੇਤ, ਖੇਤੈ ਅੰਦਰ ਛੁੱਟੀਆਂ ਕੋ ਨਾਨਕ ਸਿਉਨਾ ਫਲੀਐ ਫੁਲੀਐ ਬਪੜੇ ਭੀ ਤਨ ਵਿੱਚ ਸਵਾ। ਉਹਦਾ ਜੀਵਨ ਉਸ ਸੜੇ ਹੋਏ ਤਿਲ ਦੇ ਦਰਖਤ ਬੂਟੇ ਵਰਗਾ ਹੈ, ਅਖੀਰ ਉਹਨੇ ਸਵਾਹੀ ਹੋਣਾ ਹੈ, ਜੀਵਨ ਅਖਰਤ ਹੈ। ਸਾਧ ਜਨਾਂ ਤੇ ਬਾਹਰੀ ਸੇ ਰਹਿਣ ਇਕੇਲੜੀਆਂ, ਉਹ ਇਕੱਲੇ ਹੀ ਰਹਿ ਗਏ, ਮਾਲਕ ਦੇ ਚਰਨਾਂ ਦੇ ਉਹ ਪ੍ਰਵਾਨ ਨਹੀਂ ਹੋਏ। ਤਿਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੇ ਵਸ ਪੜੀਆਂ, ਫਿਰ ਉਹਨਾਂ ਦਾ ਉਹ ਦੁੱਖ ਵਿਛੋੜੇ ਦਾ ਕਦੇ ਨਹੀਂ ਉਤਰਦਾ। ਬਾਬੇ ਨਾਨਕ ਨੇ 4 ਤਰ੍ਹਾਂ ਦੇ ਦੁੱਖਾਂ ਦੀ ਗੱਲ ਕੀਤੀ। ਦੁੱਖ ਵਿਛੋੜਾ, ਵਿਛੋੜੇ ਦਾ ਦੁੱਖ, ਜਿਸ ਕਰਕੇ ਜੀਵ ਕਰਮਾਂ ਦਾ ਬੱਧਾ ਸੰਸਾਰ ਦੇ ਚ ਆਇਆ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਤ੍ਰਿਸ਼ਨਾ ਦੀ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਜਮਾਂ ਦਾ ਦੁੱਖ ਤੀਸਰੇ ਨੰਬਰ ਦਾ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਚੌਥਾ ਤਨ ਨੂੰ ਕੋਈ ਦੁੱਖ ਲੱਗ ਜਾਏ। ਮਹਾਰਾਜ ਆਖਦੇ ਨੇ ਕਿ ਤਿੰਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੇ ਵਸ ਪੜੀਆਂ, ਜਮਾਂ ਦੇ ਵਸ ਪੈਂਦੀਆਂ ਨੇ। ਪਰ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ, ਜਿਨ੍ਹਾਂ ਨੇ ਆਪਣੇ ਮਾਲਕ ਨੂੰ ਰਾਵਿਆ ਹੈ, ਮਾਣਿਆ ਹੈ, ਉਹਦੇ ਪਿਆਰ ਦੇ ਵਿੱਚ, ਉਹਦੇ ਪ੍ਰੇਮ ਦੇ ਵਿੱਚ ਮਾਲਕ ਦੇ ਨਾਮ ਦੇ ਨਾਲ ਜੁੜੇ ਨੇ। ਸੇ ਦਿਸਨ ਨਿਤ ਖੜੀਆਂ, ਉਹ ਮਾਲਕ ਦੇ ਦਰ ਦੇ ਉੱਪਰ ਖੜੇ ਰਹਿੰਦੇ ਨੇ, ਹਾਜ਼ਰ ਰਹਿੰਦੇ ਨੇ, ਸੇਵਾ ਵਾਸਤੇ ਤਿਆਰ ਬਰ ਤਿਆਰ ਰਹਿੰਦੇ ਨੇ। ਰਤਨ ਜਿਵੇਂ ਹਰ ਲਾਲ ਹਰ ਕੰਠ ਤਿਨਾ ਜੜੀਆਂ, ਉਹਨਾਂ ਨੇ ਪਰਮਾਤਮਾ ਦਾ ਰਤਨਾ ਵਰਗਾ ਕੀਮਤੀ ਨਾਮ ਆਪਣੇ ਗਲੇ ਦੇ ਵਿੱਚ ਪਰੋਇਆ ਹੋਇਆ ਹੈ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਅਰਦਾਸ ਕਰਦੇ ਨੇ ਕਿ ਮੱਧ ਵਿੱਚ ਰਤਨ ਜਵਾਹਰ ਮਾਣਿਕ, ਜੇ ਗੁਰ ਕੀ ਸਿੱਖ ਸੁਣੀ, ਜੇ ਗੁਰੂ ਦੀ ਇੱਕ ਸਿੱਖਿਆ ਨੂੰ ਆਪਣੇ ਪੱਲੇ ਬਣ ਰਿਹਾ। ਰਤਨ ਜਵੇ ਹਰ ਲਾਲ ਹਰ ਕੰਠ ਤਿਨਾ ਜੜੀਆਂ, ਨਾਨਕ ਬਾਛੈ ਧੂੜ ਤਿਨ। ਗੁਰੂ ਅਰਜਨ ਦੇਵ ਜੀ ਆਖਦੇ ਨੇ ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਬਾਛਦਾ ਹੈ, ਧੂੜ ਲੋਚਦਾ ਹੈ। ਪਰਵ ਸ਼ਰਣੀ ਦਰ ਪੜੀਆਂ, ਜੋ ਮਾਲਕ ਦੇ ਸ਼ਰਨ 'ਚ ਪਈਆਂ ਹੋਈਆਂ ਨੇ। ਤੇ ਸ਼ਰਨ ਪੈਣ ਤੋਂ ਭਾਵ ਇਹ ਨਹੀਂ ਕਿ ਮਾਲਕ ਦੇ ਚਰਨਾਂ ਦੀ ਆ ਕੇ ਮੱਥਾ ਟੇਕ ਲੈਣਾ, ਗੁਰੂ ਅਨੁਸਾਰੀ ਹੋ ਜਾਣਾ, ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਅਨੁਸਾਰ ਢਾਲ ਲੈਣਾ। ਤੇ ਅਖੀਰੀਆਂ ਪੰਕਤੀਆਂ ਅੰਦਰ ਗੁਰਦੇਵ ਆਖਦੇ ਨੇ ਕਿ ਮੰਗਰ ਪ੍ਰਭ ਆਰਾਧਨਾ, ਮੰਗਰ ਦੇ ਮਹੀਨੇ ਵਿੱਚ ਇਹ ਸੱਚਾ ਉਪਦੇਸ਼ ਹੈ। ਪ੍ਰਭ ਆਰਾਧਨਾ, ਜਿਨ੍ਹਾਂ ਨੇ ਪ੍ਰਭੂ ਦੇ ਨਾਮ ਨੂੰ ਆਰਾਧ ਰਿਹਾ ਹੈ, ਬਹੁੜ ਨਾ ਜਨਮੜੀਆਂ, ਉਹ ਫਿਰ ਬਾਰ-ਬਾਰ ਜੰਮਣ ਮਰਨ ਦੇ ਗੇੜ ਅੰਦਰ ਨਹੀਂ ਪੈਂਦੇ, ਉਹ ਆਪਣੇ ਜੀਵਨ ਨੂੰ ਸਾਰਥਕ ਕਰ ਲੈਂਦੇ ਨੇ। ਕਿਹੜੇ? ਜੋ ਪਹਿਲੀਆਂ ਪੰਕਤੀਆਂ ਅੰਦਰ ਗੁਰਦੇਵ ਨੇ ਰਹਿਮਤ ਕੀਤੀ ਕਿ ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ, ਜਿਨ੍ਹਾਂ ਨੂੰ ਮਾਲਕ ਨੇ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਮੇਲ ਲਿਆ, ਉਹ ਸ਼ੋਭਾ ਵਾਲੀਆਂ ਨੇ, ਉਹ ਭਾਗਾਂ ਵਾਲੀਆਂ ਨੇ। ਇਸ ਲਈ ਅਰਦਾਸ ਕਰੀਏ ਮਾਲਕ ਦੇ ਚਰਨਾਂ ਦੇ ਵਿੱਚ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ, ਨਾਨਕ ਚਾਉ ਇਹੋ। ਬੋਲਦਿਆਂ ਬੇਅੰਤ ਭੁੱਲਾਂ ਗੁਰੂ ਸਮਰੱਥ ਹੈ, ਸੰਗਤ ਬਖਸ਼ਣਯੋਗ ਹੈ, ਬਖਸ਼ ਦੇਣਾ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।